PSCB ਟਿਊਬਰ YouTube ਚੈਨਲ ਤੇ ਕਲਾਸ 11 ਕਾਮਰਸ ਦੇ ਸਟੂਡੈਂਟਸ ਦਾ ਬਹੁਤ-ਬਹੁਤ ਸਵਾਗਤ ਹੈ। ਅੱਜ ਦੀ ਵੀਡੀਓ ਵਿੱਚ ਆਪਾਂ ਡਿਸਕਸ ਕਰਨ ਵਾਲੇ ਹਾਂ ਕਲਾਸ 11 ਸੈਸ਼ਨ 2025-2026 ਦਾ ਲੇਟੈਸਟ ਇਕਨੋਮਿਕਸ ਦਾ ਸਿਲੇਬਸ ਜੋ ਕਿ ਹਿਊਮੈਨਿਟੀਜ਼ ਕਾਮਰਸ ਗਰੁੱਪ ਲਈ ਸੇਮ ਹੈ। ਇਸ ਇਕਨੋਮਿਕਸ ਦੇ ਸਿਲੇਬਸ ਨੂੰ 3 ਹਿੱਸਿਆਂ ਦੇ ਵਿੱਚ ਯਾਨੀ ਕਿ 3 ਪਾਰਟਸ ਦੇ ਵਿੱਚ ਡਿਵਾਈਡ ਕੀਤਾ ਗਿਆ ਹੈ। ਪਾਰਟ 1 ਤੁਹਾਡਾ ਹੈ ਇੰਡੀਅਨ ਇਕਨੋਮਿਕ ਡਿਵੈਲਪਮੈਂਟ। ਇਸ ਦੇ ਵਿੱਚ ਕੀ ਹੈ, ਤੁਹਾਡੀ ਇੰਡੀਆ ਦੀ ਜਿਹੜੀ ਇਕੋਨਮੀ, ਆਪਣੀ ਇੰਡੀਆ ਦੀ ਜਿਹੜੀ ਇਕੋਨਮੀ ਹੈ ਉਹ ਕਿਸ ਤਰੀਕੇ ਨਾਲ ਡਿਵੈਲਪ ਹੋਈ ਸੀਗੀ। ਠੀਕ ਹੈ, ਇੰਡੀਪੈਂਡੈਂਸ ਜਿਹੜੀ ਸੀ ਆਪਾਂ ਨੂੰ ਆਜ਼ਾਦੀ ਮਿਲੀ ਸੀ 1947, ਉਸ ਤੋਂ ਪਹਿਲਾਂ ਇੰਡੀਅਨ ਇਕੋਨਮੀ ਕਿਸ ਤਰੀਕੇ ਦੀ ਸੀ ਤੇ ਹੁਣ ਇੰਡੀਅਨ ਇਕੋਨਮੀ ਕਿਸ ਤਰੀਕੇ ਦੀ ਹੈ, ਹੁਣ ਤੱਕ ਕਿਸ ਤਰੀਕੇ ਨਾਲ ਡਿਵੈਲਪਮੈਂਟ ਹੋਈ ਹੈ, ਕਿਹੜੀਆਂ ਸਟੇजेस ਸੀਗੀਆਂ, ਉਹ ਇਸ ਪਾਰਟ ਦੇ ਵਿੱਚ ਤੁਹਾਨੂੰ ਸਟੱਡੀ ਕਰਵਾਈ ਜਾਵੇਗੀ। ਇਸ ਦੀ ਫਰਸਟ ਯੂਨਿਟ ਹੈ ਡਿਵੈਲਪਮੈਂਟ ਪੋਲਿਸੀਜ਼ ਐਂਡ ਐਕਸਪੀਰੀਐਂਸਿਸ, ਜਿਹਦਾ ਫਰਸਟ ਚੈਪਟਰ ਜਿਸ ਦੇ ਵਿੱਚ ਕੀ ਹੈ ਇੰਡੀਅਨ ਇਕੋਨਮੀ ਔਨ ਦਾ ਈਵ ਆਫ ਇੰਡੀਪੈਂਡੈਂਸ, ਯਾਨੀ ਕਿ ਇੰਡੀਪੈਂਡੈਂਸ ਦੀ ਕਗਾਰ ਦੇ ਉੱਤੇ 1947 ਦੇ ਦਰਮਿਆਨ ਇੰਡੀਅਨ ਇਕੋਨਮੀ ਕਿਸ ਤਰੀਕੇ ਦੀ ਸੀ। ਚੈਪਟਰ ਸੈਕਿੰਡ ਹੈ ਤੁਹਾਡਾ ਇੰਡੀਅਨ ਇਕੋਨਮੀ 1950 ਤੋਂ ਲੈ ਕੇ 1990 ਦੇ ਵਿੱਚ। ਸੈਕਿੰਡ ਯੂਨਿਟ ਹੈ ਇਕਨੋਮਿਕ ਰਿਫਾਰਮਸ ਸਿੰਸ 1991, ਉਸ ਤੋਂ ਬਾਅਦ ਜਿਹੜੀ ਇਕਨੋਮਿਕ ਰਿਫਾਰਮਸ ਹੋਈ ਸੀਗੀ, ਲਿਬਰਲਾਈਜੇਸ਼ਨ ਹੋ ਗਿਆ, ਪ੍ਰਾਈਵੇਟਾਈਜੇਸ਼ਨ ਹੋ ਗਿਆ, ਗਲੋਬਲਾਈਜੇਸ਼ਨ ਹੋ ਗਿਆ। ਠੀਕ ਹੈ, ਉਸ ਬਾਰੇ ਸਟੱਡੀ ਕਰਵਾਇਆ ਜਾਵੇਗਾ। ਔਰ ਥਰਡ ਯੂਨਿਟ ਹੈ ਕਰੰਟ ਚੈਲੰਜਿਸ, ਹੁਣ ਦੇ ਟਾਈਮ 'ਤੇ ਜਿਹੜੀ ਮਾਡਰਨ ਇੰਡੀਅਨ ਇਕੋਨਮੀ ਹੈ ਉਸ ਦੇ ਵਿੱਚ ਕਿਹੜੇ ਚੈਲੰਜਿਸ ਫੇਸ ਕਰਨ ਨੂੰ ਦਿਖ ਰਹੇ ਨੇ, ਯਾਨੀ ਕਿ ਚੈਪਟਰ 4, ਚੈਪਟਰ 5, ਚੈਪਟਰ 6, ਚੈਪਟਰ 7 ਇਸ ਦੇ ਵਿੱਚ ਇੰਕਲੂਡਡ ਹਨ। ਫਿਰ ਤੁਹਾਡੀ ਆ ਜਾਂਦੀ ਹੈ ਪਾਰਟ ਬੀ ਪੰਜਾਬ ਇਕੋਨਮੀ। ਇਸ ਦੇ ਵਿੱਚ ਕੀ ਹੈ, ਪੰਜਾਬ ਦੀ ਜਿਹੜੀ ਇਕੋਨਮੀ ਉਸ ਬਾਰੇ ਸਟੱਡੀ ਕਰਵਾਇਆ ਜਾਵੇਗਾ ਤੁਹਾਨੂੰ। ਠੀਕ ਹੈ, ਫੋਰਥ ਯੂਨਿਟ ਹੈ ਜਿਹੜੀ ਤੁਹਾਡੀ ਸਿਲੇਬਸ ਦੀ, ਉਹ ਹੈਗੀ ਹੈ ਐਨ ਓਵਰਵਿਊ ਆਫ ਪੰਜਾਬ ਇਕੋਨਮੀ, ਜਿਸ ਦਾ ਚੈਪਟਰ 1 ਹੈ ਫਿਜ਼ੀਕਲ ਐਂਡ ਹਿਊਮਨ ਰਿਸੋਰਸਿਸ ਆਫ ਪੰਜਾਬ, ਔਰ ਸੈਕਿੰਡ ਚੈਪਟਰ ਹੈ ਐਗਰੀਕਲਚਰ ਐਂਡ ਇੰਡਸਟਰੀਅਲ ਡਿਵੈਲਪਮੈਂਟ ਆਫ ਪੰਜਾਬ, ਐਂਡ ਚੈਪਟਰ 3 ਹੈ ਤੁਹਾਡਾ ਲਾਸਟ ਚੈਪਟਰ ਹੈ ਪੰਜਾਬ ਇਕੋਨਮੀ ਦਾ, ਉਹ ਹੈਗਾ ਫਿਸਕਲ ਸਟੇਟ ਆਫ ਪੰਜਾਬ। ਫਿਰ ਉਸ ਤੋਂ ਬਾਅਦ ਆ ਜਾਂਦੀ ਹੈ ਪਾਰਟ ਸੀ ਸਟੈਟਿਸਟਿਕਸ। ਓਕੇ, ਸਟੈਟਿਸਟਿਕਸ ਇਸ ਦੇ ਵਿੱਚ ਕੀ ਹੁੰਦਾ ਹੈ, ਸਟੈਟਿਸਟਿਕਸ ਦੇ ਵਿੱਚ ਕੀ ਹੁੰਦਾ ਹੈ, ਪਹਿਲਾਂ ਆਪਾਂ ਇੰਟਰੋਡਕਸ਼ਨ ਬਾਰੇ ਪੜ੍ਹਾਂਗੇ। 5th ਯੂਨਿਟ ਹੈ ਇੰਟਰੋਡਕਸ਼ਨ ਬਾਰੇ ਪੜ੍ਹਾਂਗੇ ਕਿ ਵਾਈ ਇਕੋਨਮੀਜ਼, ਸਟੈਟਿਸਟਿਕਸ ਕਿਉਂ ਕਰਨਾ ਚਾਹੀਦਾ ਆਪਾਂ ਨੂੰ, ਕੀ ਹੁੰਦਾ ਸਟੈਟਿਸਟਿਕਸ, ਕੀ ਹੁੰਦਾ ਹੈ ਔਰ ਉਸ ਦਾ ਇਕਨੋਮਿਕਸ ਨਾਲ ਕੀ ਰਿਲੇਸ਼ਨ ਹੈ। ਔਰ 6th ਯੂਨਿਟ ਦੇ ਵਿੱਚ ਆਪਾਂ ਨੂੰ ਓਵਰਆਲ ਪਤਾ ਚੱਲਦਾ ਕਿ ਵਟ ਐਗਜ਼ੈਕਟਲੀ ਸਟੈਟਿਸਟਿਕਸ ਇਜ਼। ਠੀਕ ਹੈ, ਕਲੈਕਸ਼ਨ, ਔਰਗੇਨਾਈਜੇਸ਼ਨ ਐਂਡ ਪ੍ਰੈਜੈਂਟੇਸ਼ਨ ਆਫ ਡੇਟਾ। ਇਕਨੋਮਿਕਸ ਜਿਹੜੀ ਹੈ, ਇਕੋਨਮੀ ਜਿਹੜੀ ਹੈ, ਉਸ ਦੇ ਵਿੱਚ ਕੀ ਹੁੰਦਾ, ਬਹੁਤ ਸਾਰੇ ਡਿਸੀਜਨ ਮੇਕਿੰਗ ਹੁੰਦੀ ਹੈ। ਠੀਕ ਹੈ, ਆਪਣਾ ਦੇਸ਼ ਹੈ, ਕੋਈ ਵੀ ਦੇਸ਼ ਹੈ, ਉਹਦੀ ਇਕੋਨਮੀ ਜਿਹੜੀ ਹੈ ਡੇ ਟੂ ਡੇ ਜਿਹੜੀ ਹੈ ਰੈਗੂਲੇਟ ਕਰ ਰਹੀ ਹੈ, ਉਸ ਦੇ ਵਿੱਚ ਕਾਫੀ ਸਾਰੇ ਡਿਸੀਜਨ ਮੇਕਿੰਗ ਜਿਹੜੀ ਹੁੰਦੀ ਹੈ, ਪੋਲਿਸੀ ਫਾਰਮੂਲੇਸ਼ਨ ਹੁੰਦਾ ਹੈ, ਕੋਈ ਬਜਟ ਦੇ ਰਿਗਾਰਡਿੰਗ ਹੋ ਸਕਦਾ ਹੈ, ਕੋਈ ਵੀ ਕਿਸੇ ਵੀ ਰਿਗਾਰਡਿੰਗ ਜਿਹੜੀ ਹੈ ਡਿਸੀਜਨ ਮੇਕਿੰਗ ਹੁੰਦੀ ਹੈ, ਉਹ ਵਿਦਾਊਟ ਸਟੈਟਿਸਟਿਕਸ ਨਹੀਂ ਪੋਸੀਬਲ। ਕਿਉਂਕਿ ਸਟੈਟਿਸਟਿਕਸ ਦੇ ਵਿੱਚ ਕੀ ਹੁੰਦਾ, ਆਪਾਂ ਡੇਟਾ ਨੂੰ ਕਲੈਕਟ ਕਰਦੇ ਹਾਂ ਕਿ ਵਟ ਐਗਜ਼ੈਕਟਲੀ ਕੀ ਹੋ ਰਿਹਾ ਹੈਗਾ ਆਪਣੇ ਦੇਸ਼ ਦੇ ਵਿੱਚ ਔਰ ਪਹਿਲਾਂ ਕੀ ਹੋ ਚੁੱਕਿਆ। ਠੀਕ ਹੈ, ਬਹੁਤ ਸਾਰੀ ਫੀਲਡ ਦੇ ਵਿੱਚ। ਔਰ ਇਕੋਨਮੀ ਦੇ 2 ਲੈਵਲ ਹੁੰਦੇ ਨੇ, ਮਾਈਕਰੋ ਇਕੋਨੋਮਿਕ ਲੈਵਲ ਔਰ ਮੈਕਰੋ ਇਕੋਨੋਮਿਕ ਲੈਵਲ, ਉਹ ਆਪਾਂ 12th ਕਲਾਸ ਦੇ ਵਿੱਚ ਪੜ੍ਹਾਂਗੇ। ਦੇਖੋ, ਇਕੋਨਮੀ ਨੂੰ ਆਪਾਂ 2 ਲੈਵਲ 'ਤੇ ਸਟੱਡੀ ਕਰਦੇ ਹਾਂ, ਜਾਂ ਤਾਂ ਮਾਈਕਰੋ ਯਾਨੀ ਕਿ ਛੋਟੇ ਲੈਵਲ 'ਤੇ, ਇੰਡੀਵਿਜੂਅਲ ਲੈਵਲ 'ਤੇ। ਠੀਕ ਹੈ, ਔਰ ਇੱਕ ਜਾਂ ਤਾਂ ਹੁੰਦਾ ਬੜੇ ਲੈਵਲ 'ਤੇ, ਮੈਕਰੋ, ਪੂਰੇ ਦੇਸ਼ ਦੇ ਲੈਵਲ 'ਤੇ। ਠੀਕ ਹੈ, ਉਸ ਦੇ ਵਿੱਚ ਕੀ ਕੁਝ ਹੋ ਰਿਹਾ ਹੈ, ਉਸ ਦੀ ਕਲੈਕਸ਼ਨ ਆਫ ਡੇਟਾ ਕਰਨਾ, ਔਰਗੇਨਾਈਜ਼ ਕਰਨਾ ਡੇਟਾ ਨੂੰ, ਪ੍ਰੈਜੈਂਟ ਕਰਨਾ ਡੇਟਾ ਨੂੰ। ਠੀਕ ਹੈ, ਫਿਰ 7th ਯੂਨਿਟ ਵਿੱਚ ਕੀ ਹੁੰਦਾ, ਐਨਾਲਿਸਿਸ ਆਫ ਡੇਟਾ, ਉਸਨੂੰ ਐਨਾਲਾਈਜ਼ ਕਰਨਾ, ਜਿਸ ਦੇ ਵਿੱਚ ਚੈਪਟਰ ਨੰਬਰ 5th ਇਜ਼ ਮੈਜਰਸ ਆਫ ਸੈਂਟਰਲ ਟੈਂਡੈਂਸੀ। ਉਹਨੂੰ ਮੈਜ਼ਰ ਕਰਨ ਦਾ ਵੀ ਮਤਲਬ ਉਸਨੂੰ ਐਨਾਲਿਸਿਸ ਕਰਨਾ, ਕਿਸ ਤਰੀਕੇ ਨਾਲ ਕਰਨਾ, ਮੀਨ ਮੀਡੀਅਨ ਮੋਡ ਹੋ ਗਿਆ। ਚੈਪਟਰ 6 ਇਜ਼ ਕੋਰਿਲੇਸ਼ਨ, ਔਰ ਚੈਪਟਰ 7 ਹੈ ਇੰਡੈਕਸ ਨੰਬਰ। ਚੈਪਟਰ 8 ਹੈ ਯੂਜ਼ ਆਫ ਸਟੈਟਿਸਟੀਕਲ ਟੂਲ, ਫਿਰ ਸਟੈਟਿਸਟੀਕਲ ਟੂਲ ਦਾ ਇਸਤੇਮਾਲ ਕਰਨਾ ਔਰ ਫਾਈਨਲੀ ਇੰਟਰਪ੍ਰੈਟ ਕਰਨਾ ਤਾਂ ਕਿ ਡਿਸੀਜਨ ਮੇਕਿੰਗ ਹੋ ਸਕੇ ਦੇਸ਼ ਦੇ ਵਿੱਚ। ਠੀਕ ਹੈ, ਜੋ ਆਪਾਂ ਆਪਣੀ ਜਿਹੜੀ ਇਕੋਨਮੀ ਹੈ, ਜਿੰਨੇ ਵੀ ਇੰਸੀਡੈਂਟ ਹੋ ਰਹੇ ਹਨ, ਇਕਨੋਮਿਕ ਜੋ ਹੈਪਨਿੰਗਸ ਹੋ ਰਹੀਆਂ ਨੇ, ਠੀਕ ਹੈ, ਉਸ ਦੇ ਵਿੱਚ ਕੀ ਹੁੰਦਾ, ਸਟੈਟਿਸਟਿਕਸ ਦਾ ਬਹੁਤ ਇੰਪੋਰਟੈਂਟ ਰੋਲ ਹੈ। ਓਕੇ, ਕਿਉਂਕਿ ਇਸ ਤੋਂ ਬਿਨਾਂ ਡਿਸੀਜਨ ਮੇਕਿੰਗ ਪੋਸੀਬਲ ਨਹੀਂ ਹੈ। ਆਲਰਾਈਟ, ਤਾਂ ਇਹ ਸੀਗਾ ਤੁਹਾਡਾ ਇਕਨੋਮਿਕਸ ਦਾ ਸਿਲੇਬਸ ਕਲਾਸ 11 PSCB ਬੋਰਡ ਦਾ ਸੈਸ਼ਨ 2025-2026 ਦਾ। ਅਤੇ ਇੱਕ ਹੋਰ ਇੰਪੋਰਟੈਂਟ ਅਪਡੇਟ ਤੁਹਾਨੂੰ ਦੇਣਾ ਚਾਹਾਂਗੇ, ਅਸੀਂ ਇਨਫੋਰਮੇਸ਼ਨ ਦੇਣਾ ਚਾਹੁੰਦੇ ਹਾਂ। ਜੇ ਹਜੇ ਤੱਕ ਤੁਸੀਂ PSCB ਟਿਊਬਰ WhatsApp ਚੈਨਲ ਨੂੰ ਫੋਲੋ ਨਹੀਂ ਕੀਤਾ ਤਾਂ ਉਸ ਨੂੰ ਤੁਸੀਂ ਕਰ ਸਕਦੇ ਹੋ। ਡਿਸਕ੍ਰਿਪਸ਼ਨ ਦੇ ਵਿੱਚ ਉਸ ਦਾ ਲਿੰਕ ਦਿੱਤਾ ਗਿਆ ਹੈ, ਉੱਥੇ ਤੁਹਾਨੂੰ
ਜੋ ਇਸ ਚੈਨਲ ਦਾ ਜਿਹੜਾ ਮੇਨ ਮੋਟਿਵ ਹੈ, ਯਾਨੀ ਕਿ ਇੰਪੋਰਟੈਂਟ ਅਪਡੇਟ ਦੱਸਣਾ, ਇੰਪੋਰਟੈਂਟ ਸਟੱਡੀ ਮਟੀਰੀਅਲ ਨੂੰ ਪ੍ਰੋਵਾਈਡ ਕਰਨਾ, ਹਾਰਡ ਕਾਪੀ ਪ੍ਰੋਵਾਈਡ ਕਰਵਾਉਣਾ, ਠੀਕ ਹੈ, ਉਹ ਤੁਹਾਨੂੰ ਚੈਨਲ ਦੇ ਉੱਤੇ ਜਾ ਕੇ ਮਿਲੇਗਾ। ਠੀਕ ਹੈ ਜੀ, ਉਸ ਚੈਨਲ ਨੂੰ ਜਾ ਕੇ ਫੋਲੋ ਕਰੋ ਅਤੇ ਇਸ ਚੈਨਲ ਨੂੰ ਵੀ ਸਬਸਕ੍ਰਾਈਬ ਕਰੋ ਤਾਂ ਕਿ ਹੋਰ ਵੀ ਜਿਹੜੀ ਇੰਪੋਰਟੈਂਟ ਅਪਡੇਟਸ ਨੇ ਤੁਹਾਨੂੰ ਟਾਈਮ ਨਾਲ ਮਿਲ ਸਕਣ।